ਸਤਿ ਸ੍ਰੀ ਅਕਾਲ ਬੇਟਾ ਜੀ। ਅੱਜ ਦੇ ਵੀਡੀਓ 'ਚ ਅਸੀਂ ਡਿਸਕਸ ਕਰਾਂਗੇ ਮਿਰਰ ਫਾਰਮੂਲਾ ਤੇ ਮੈਗਨੀਫਿਕੇਸ਼ਨ ਬਾਰੇ। ਅਸੀਂ ਪਿੱਛੇ ਰੇ ਡਾਇਗਰਾਮਸ ਬਣਾ ਚੁੱਕੇ ਹਾਂ ਕੌਨਕੇਵ ਲੈਂਸ ਦੇ ਵੀ ਤੇ ਕਨਵੈਕਸ ਲੈਂਸ ਦੇ ਵੀ। ਅਸੀਂ ਵੇਖਿਆ ਕਦੀ ਇਮੇਜ ਵੱਡੀ ਹੋ ਜਾਂਦੀ ਹੈ, ਮੈਗਨੀਫਾਈਡ ਹੋ ਜਾਂਦੀ ਹੈ, ਕਦੀ ਛੋਟੀ ਹੋ ਜਾਂਦੀ ਹੈ, ਡਿਮਿਨਿਸ਼ਡ ਹੋ ਜਾਂਦੀ ਹੈ। ਕਦੀ ਵੇਖਿਆ ਕਿ ਇਮੇਜ ਥੱਲੇ ਚਲ ਜਾਂਦੀ ਹੈ, ਪੁੱਠੀ ਹੋ ਜਾਂਦੀ ਹੈ, ਇਨਵਰਟਿਡ ਹੋ ਜਾਂਦੀ ਹੈ, ਜਾਂ ਫਿਰ ਸਿੱਧੀ ਹੀ ਰਹਿੰਦੀ ਹੈ, ਇਰੈਕਟ ਹੁੰਦੀ ਹੈ। ਹੁਣ ਕੋਈ ਵੀ ਸਾਨੂੰ ਕਦੀ ਕੋਈ ਪ੍ਰੋਬਲਮ ਦੇਵੇ, ਅਸੀਂ ਹਮੇਸ਼ਾ ਰੇ ਡਾਇਗਰਾਮ ਹੀ ਬਣਾਵਾਂਗੇ? ਕਿਆ ਅਸੀਂ ਕੈਲਕੂਲੇਟ ਨਹੀਂ ਕਰ ਸਕਦੇ? ਕਰ ਸਕਦੇ ਹਾਂ। ਅੱਜ ਦੇ ਵੀਡੀਓ ਦੇ ਬਾਅਦ ਜੇ ਅਸੀਂ ਚੰਗੀ ਤਰ੍ਹਾਂ ਇਹ ਫਾਰਮੂਲੇ ਮੈਥ ਦੇ ਸਿੱਖ ਲਏ, ਮੈਗਨੀਫਿਕੇਸ਼ਨ ਦੇ ਫਾਰਮੂਲੇ, ਮਿਰਰ ਫਾਰਮੂਲਾ, ਤਾਂ ਸਾਨੂੰ ਕੋਈ ਦੱਸੇਗਾ ਕਿ ਮੈਂ ਇਦਾਂ ਦਾ ਮਿਰਰ ਰੱਖਿਆ ਹੈ, ਇੰਨੇ ਡਿਸਟੈਂਸ ਤੇ ਆਬਜੈਕਟ ਹੈ, ਅਸੀਂ ਦੱਸ ਦਾਂਗੇ ਇਮੇਜ ਕਿੱਥੇ ਬਣੇਗੀ, ਕਿੰਨੇ ਸਾਈਜ਼ ਦੀ ਬਣੇਗੀ ਉਹ ਵੀ ਦੱਸ ਦਾਂਗੇ, ਸਿੱਧੀ ਬਣੇਗੀ ਪੁੱਠੀ ਬਣੇਗੀ ਉਹ ਵੀ ਦੱਸ ਦਾਂਗੇ। ਬਟ ਇੱਥੇ ਅਸੀਂ ਧਿਆਨ ਰੱਖਣਾ ਹੈ ਸਾਇੰਸ ਦਾ। ਮੈਜਰਮੈਂਟ ਜਿਹੜੀ ਵੀ ਹੋਏਗੀ ਉਹਦੇ ਕੁਝ ਸਾਈਨ ਸਾਨੂੰ ਪਾਣੇ ਪੈਣੇ ਹਨ, ਪੋਜ਼ਿਟਿਵ ਨੈਗੇਟਿਵ ਉਹਨਾਂ ਨੂੰ ਕਹਿਣਾ ਪੈਣਾ ਹੈ। ਸਾਈਨ ਕਨਵੈਨਸ਼ਨ ਦੀ ਕਿਉਂ ਜ਼ਰੂਰਤ ਪੈ ਰਹੀ ਹੈ ਇਹ ਤੁਹਾਨੂੰ ਇਸ ਐਗਜ਼ਾਮਪਲ ਨਾਲ ਸਮਝ ਆ ਜਾਣਾ ਹੈ। ਮੰਨ ਲਓ ਇੱਥੇ ਕੋਈ ਪੋਜੀਸ਼ਨ P ਹੈ। ਹੁਣ ਮੰਨ ਲਓ ਤੁਸੀਂ ਇਸ P ਦੇ ਆਲੇ ਦੁਆਲੇ ਖਲੋਤੇ ਹੋ। ਤੁਸੀਂ ਮੈਨੂੰ ਕਹਿੰਦੇ ਹੋ ਸਰ ਮੈਂ 2 ਮੀਟਰ ਦੀ ਦੂਰੀ ਤੇ ਹਾਂ P ਤੋਂ। ਮੈਂ ਕਹਾਂਗਾ ਅੱਛਾ ਇੱਥੇ ਕਰਕੇ ਹੋਏਗਾ, ਮੰਨ ਲਓ ਇਹ 2 ਮੀਟਰ ਹੈ। ਕਿਸੇ ਹੋਰ ਨੂੰ ਕਹੋਗੇ ਮੈਂ 2 ਮੀਟਰ ਹੈ, ਉਹ ਸੋਚੇਗਾ ਅੱਛਾ 2 ਮੀਟਰ ਤਾਂ ਨੂੰ ਹੋਣਾ, ਗਲਤੀ ਹੋ ਸਕਦੀ ਨਾ ਸਾਡੇ ਨਾਲ, ਕਿਉਂਕਿ ਮੈਂ ਸੋਚਣਾ ਕਿ ਇਹ ਰਾਈਟ ਸਾਈਡ ਹੋਏਗਾ, ਕਿਸੇ ਨੇ ਸੋਚਣਾ ਲੈਫਟ, ਕਿਉਂਕਿ ਉਹ ਤਾਂ ਤੁਸੀਂ ਦੱਸਿਆ ਨਹੀਂ ਕਿ ਰਾਈਟ ਨੂੰ ਹੈ ਕਿ ਲੈਫਟ ਨੂੰ ਹੈ, ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਇਦਾਂ ਦੀ ਇਨਫੋਰਮੇਸ਼ਨ ਤਾਂ ਤੁਸੀਂ ਦੇ ਹੀ ਨਹੀਂ ਰਹੇ। ਤਾਂ ਹੀ ਕਰਕੇ ਅਸੀਂ ਮੈਥ 'ਚ ਯੂਜ਼ ਕਰ ਚੁੱਕੇ ਹਾਂ ਇਹ ਚੀਜ਼। ਇਹ ਕਿਹੜੀ ਐਕਸਿਸ ਬਣਾਤੀ? ਇਹਨੂੰ ਜੇ ਮੈਂ ਐਕਸ ਐਕਸਿਸ ਕਹਿ ਦੇਵਾਂ, ਇਹਨੂੰ ਜੇ ਵਾਈ ਐਕਸਿਸ ਕਹਿ ਦੇਵਾਂ, ਹੁਣ P ਜਿਹੜਾ ਹੈ ਸੈਂਟਰ ਮੰਨ ਲਿਆ, ਤਾਂ ਅਸੀਂ ਕੀ ਕਵਾਂਗੇ ਕਿ ਬੇਟਾ ਜੀ ਜੇ ਤੁਸੀਂ ਕਹੋਗੇ ਮੈਨੂੰ ਮੈਂ 2 ਮੀਟਰ ਤੇ ਹਾਂ ਐਕਸਿਸ ਤੇ, ਮੈਂ ਸਮਝਾਂਗਾ ਇਹੀ ਕਰੈਕਟ ਆਪਸ਼ਨ ਹੈ। ਇਹ ਗਲਤ ਹੋ ਗਈ ਆਪਸ਼ਨ। ਕਿਉਂ ਇਹ ਕਿਉਂ ਨਹੀਂ ਮੇਰੇ ਦਿਮਾਗ 'ਚ ਆਣੀ? ਕਿਉਂਕਿ ਇਹ ਹੁੰਦੀ ਤਾਂ ਤੁਸੀਂ ਕਹਿਣਾ ਸੀ ਮੈਂ ਤੇ -2 ਤੇ ਹਾਂ, ਕਿਉਂਕਿ ਐਕਸ ਐਕਸਿਸ ਇੱਥੇ ਨੈਗੇਟਿਵ ਹੋ ਜਾਂਦੀ ਹੈ। ਇਹ ਅਸੀਂ ਐਕਚੁਅਲ ਪੋਜੀਸ਼ਨ ਵਿਖਾਉਣ ਵਾਸਤੇ ਕਰਦੇ ਹਾਂ। ਤਾਂ ਹੀ ਕਰਕੇ ਸਾਨੂੰ ਸਾਈਨ ਕਨਵੈਨਸ਼ਨ ਜਿਹੜੀ ਵੀ ਅਸੀਂ ਮੈਜਰਮੈਂਟ ਕਰਨੀ ਹੈ, ਜਾਂ ਜਿਹੜੀ ਵੀ ਸਫੈਰੀਕਲ ਲੈਂਸ ਦੀ ਮੈਜਰਮੈਂਟ ਹੋਣੀ ਹੈ, ਉਹਦੇ ਨਾਲ ਪੋਜ਼ਿਟਿਵ ਨੈਗੇਟਿਵ ਸਾਈਨ ਦਾ ਧਿਆਨ ਰੱਖਣਾ ਹੈ। ਤੇ ਜਿਹੜਾ ਅਸੀਂ ਹੁਣ ਡਿਸਕਸ ਕਰ ਚੁੱਕੇ ਹਾਂ ਇਹੀ ਸਾਈਨ ਕਨਵੈਨਸ਼ਨ ਹੈ। ਇਹਨੂੰ ਹੀ ਕਹਿੰਦੇ ਨੇ ਨਿਊ ਕਾਰਟੀਜ਼ਨ ਸਾਈਨ ਕਨਵੈਨਸ਼ਨ। ਕਿਉਂਕਿ ਹਰ ਇੱਕ ਆਦਮੀ ਆਪਣੀ ਅਲੱਗ-ਅਲੱਗ ਕਨਵੈਨਸ਼ਨ ਨਾਲ ਲੈ ਲੇ, ਤਾਂ ਇੱਕ ਕਨਵੈਨਸ਼ਨ ਅਸੀਂ ਮੰਨ ਲੈਂਦੇ ਹਾਂ ਕਿ ਇਦਾਂ ਹੀ ਸਾਰੇ ਲੋਕ ਜਿਹੜੇ ਹੈਗੇ ਆ ਇਦਾਂ ਹੀ ਪੋਜ਼ਿਟਿਵ ਪਾਣਗੇ, ਇਦਾਂ ਹੀ ਨੈਗੇਟਿਵ ਪਾਣਗੇ। ਇਹ ਨਾ ਹੋਏ ਕੋਈ ਐਕਸ-ਐਕਸਿਸ ਨੂੰ ਨੈਗੇਟਿਵ ਕਹੀ ਜਾਏ, ਕੋਈ ਕਿਸੇ ਨੂੰ ਪੋਜ਼ਿਟਿਵ ਕਹੀ ਜਾਏ, ਇਦਾਂ ਦੀ ਗੱਲ ਨਾ ਹੋਵੇ। ਯਾਦ ਰੱਖਣਾ ਇਹੀ ਹੈ ਨਿਊ ਕਾਰਟੀਜ਼ਨ ਸਾਈਨ ਕਨਵੈਨਸ਼ਨ ਜਿਹੜੀ ਅਸੀਂ ਯੂਜ਼ ਕਰਨੀ ਹੈ। ਇਹ ਤਾਂ ਐਕਸ ਵਾਈ ਐਕਸਿਸ ਹੈ, ਇੱਥੇ ਮਿਰਰ ਦਾ ਕਿੱਦਾਂ ਲੱਗ ਜਾਏਗਾ? ਹੁਣ ਇਹ ਦੇਖੋ, ਧਿਆਨ ਕਰੋ, ਥੋੜਾ ਜਿਹਾ ਇਹਨੂੰ ਧੁੰਦਲਾ ਕਰ ਦਈਏ ਐਕਸ ਵਾਈ ਐਕਸਿਸ ਨੂੰ। ਹੁਣ ਜੇ ਮੈਂ ਪੋਲ ਇਹਨੂੰ ਮੰਨ ਲਾ P ਮੰਨਿਆ ਸੀ ਨਾ, ਇੱਥੇ ਮੈਂ ਇੱਕ ਮਿਰਰ ਲਾ ਲਵਾਂ, ਇਹ ਮਿਰਰ ਲੱਗ ਗਿਆ। ਹੁਣ ਇਹ ਪ੍ਰਿੰਸੀਪਲ ਐਕਸਿਸ ਹੋ ਗਈ। ਇਹ ਜਿਹੜਾ ਪੁਆਇੰਟ ਹੈ ਅਸੀਂ ਐਕਸ ਵਾਈ ਐਕਸਿਸ ਦਾ ਮੰਨ ਲੈਣਾ ਹੈ ਪੋਲ P, ਜਿੱਦਾਂ ਉੱਥੇ ਪੋਜੀਸ਼ਨ ਮੰਨੀ ਇੱਥੇ ਉਹ। ਹੁਣ ਦੱਸੋ ਇਹਦਾ ਸੈਂਟਰ ਕਿੱਥੇ ਕਰਕੇ ਹੋਏਗਾ? ਮੰਨ ਲਓ ਹੁਣ ਐਕਸ ਵਾਈ ਐਕਸਿਸ ਦਿਖਾਉਣ ਦੀ ਜ਼ਰੂਰਤ ਨਹੀਂ ਹੈ, ਉਹਨੂੰ ਪੂਰਾ ਗਾਇਬ ਕਰ ਲੈਂਦੇ ਹਾਂ। ਹੁਣ ਵਾਈ ਐਕਸਿਸ ਇੱਥੇ ਇਮੇਜਿਨ ਕਰਨੀ ਹੈ, ਐਕਸ ਐਕਸਿਸ ਇੱਥੇ, ਇੱਥੇ ਐਕਸ ਐਕਸਿਸ ਨੈਗੇਟਿਵ ਹੋ ਜਾਏਗੀ, ਇੱਥੇ ਐਕਸ ਐਕਸਿਸ ਪੋਜ਼ਿਟਿਵ ਹੋ ਜਾਏਗੀ। ਬਸ ਇਹ ਧਿਆਨ ਰੱਖਣਾ ਹੈ, ਉੱਦਾਂ ਹੀ ਤੁਸੀਂ ਸਮਝਣਾ ਹੈ। P 0 ਮੰਨ ਲਓ। ਹੁਣ ਅਸੀਂ ਹਮੇਸ਼ਾ ਆਬਜੈਕਟ ਜਿਹੜਾ ਹੈ ਤਾਂ ਨੂੰ ਰੱਖਣਾ ਹੈ ਲੈਫਟ ਸਾਈਡ ਨੂੰ। ਇਹ ਕੌਨਕੇਵ ਮਿਰਰ ਹੈ ਤਾਂ ਕਰਕੇ ਇਹਦੀ ਸ਼ੇਡਿੰਗ ਹੋਣਾ ਜ਼ਰੂਰੀ ਹੈ। ਹੁਣ ਇਹਦਾ ਸੈਂਟਰ ਕਿੱਥੇ ਹੋਏਗਾ? ਇੱਧਰ। ਇਹਦੀ ਮੰਨ ਲਓ ਦੂਰੀ ਜਿਹੜੀ ਹੈਗੀ ਹੈ 5 ਸੈਂਟੀਮੀਟਰ ਹੈ ਤਾਂ ਨੂੰ, ਹੈ ਨਾ। ਹੁਣ ਕਿਆ 5 ਕਹਿਣਾ ਠੀਕ ਹੈ? ਨਹੀਂ, ਅਸੀਂ ਕੀ ਕਹਿਣਾ ਹੈ? ਮੰਨ ਲਓ ਸੈਂਟਰ ਨੂੰ ਕੀ ਕਹਿੰਦੇ ਆ? ਰੇਡੀਅਸ ਵੀ ਕਹਿ ਦਿੰਦੇ ਕਈ ਵਾਰੀ। ਰੇਡੀਅਸ ਕਿੰਨਾ ਹੋ ਗਿਆ? 5 ਸੈਂਟੀਮੀਟਰ ਦੀ ਦੂਰੀ ਹੈ, ਬਟ ਸਾਡੀ ਸਾਈਨ ਕਨਵੈਨਸ਼ਨ ਦੇ ਹਿਸਾਬ ਨਾਲ ਕਿੱਥੇ ਹੈ? -5 ਹੈ, ਕਿਉਂਕਿ ਇਹ ਨੈਗੇਟਿਵ ਐਕਸਿਸ ਹੋ ਗਈ ਨਾ। ਤਾਂ ਕਰਕੇ ਤੁਸੀਂ ਐਕਸ ਵਾਈ ਐਕਸਿਸ ਧਿਆਨ ਰੱਖੋਗੇ ਤਾਂ ਗਲਤੀ ਹੋਣ ਦਾ ਕੋਈ ਚਾਂਸ ਨਹੀਂ ਹੈ। ਬਾਕੀ ਕੋਈ ਰੱਟੇ ਨਹੀਂ ਮਾਰਨੇ, ਯਾਦ ਹੀ ਕਰ ਲੈਂਦੇ ਹੁੰਦੇ ਆ ਕਿ ਇਦਾਂ ਪੋਜ਼ਿਟਿਵ ਹੋਏਗਾ, ਇਸ ਕੇਸ 'ਚ ਨੈਗੇਟਿਵ ਹੋਏਗਾ। ਤੁਸੀਂ ਧਿਆਨ ਰੱਖਣਾ ਐਕਸ ਵਾਈ ਐਕਸਿਸ ਦਾ। ਆਬਜੈਕਟ ਨੂੰ ਲੈਫਟ ਸਾਈਡ ਰੱਖੋ, ਸਾਰੇ ਆਨਸਰ ਤੁਹਾਡੇ ਸਾਰੇ ਨਿਊਮੈਰੀਕਲਸ ਆਰਾਮ ਨਾਲ ਹੋ ਜਾਣੇ ਹਨ। ਹੁਣ ਅਸੀਂ ਛੋਟੇ ਛੋਟੇ ਨਿਊਮੈਰੀਕਲ ਕਰਾਂਗੇ, ਤੁਹਾਨੂੰ ਆਪੇ ਕਲੈਰਿਟੀ ਆ ਜਾਏਗੀ। ਹੁਣ ਦੇਖੋ ਸਾਡੇ ਕੋਲ ਸਿਰਫ 2 ਫਾਰਮੂਲੇ ਹਨ ਜਿਹੜੇ ਅਸੀਂ ਇਦਾਂ ਯਾਦ ਕਰਨੇ ਹਨ, ਬਿਲਕੁਲ ਇਸੇ ਤਰ੍ਹਾਂ। 1/ID plus 1/OD
इज इक्वल टू 1/f। f ਤਾਂ ਪਤਾ ਲੱਗ ਗਿਆ, ਫੋਕਸ। od ਕੀ ਹੈ? od ਹੈ ऑब्जेक्ट डिस्टेंस। id ਕੀ ਹੈ? ਇਮੇਜ ਡਿਸਟੈਂਸ। ਅਸੀਂ id od ਤਾਂ ਕਰਕੇ ਲਿਖਿਆ ਹੈ ਜਿਵੇਂ ਸਾਨੂੰ ਭੁੱਲੇ ਨਾ कि id ਕਿੱਥੇ ਆਣਾ ਹੈ ਤੇ od ਕਿੱਥੇ ਆਣਾ ਹੈ। ਪਹਿਲੇ 1/id ਆਏਗਾ ਤੇ 1/od ਆਏਗਾ ਬਾਅਦ ਚ। ਇਹ ਯਾਦ ਰੱਖਣੀ ਹੈ ਚੀਜ਼। ਔਰ ਸਭ ਤੋਂ ਇੰਪੋਰਟੈਂਟ ਚੀਜ਼, ਸਾਈਨ ਕਨਵੈਂਸ਼ਨ ਲਾਣੀਆਂ ਹੀ ਹਨ। ਇਹ ਨਹੀਂ ਕਿ ਬਿਨਾਂ ਸਾਈਨ ਵੇਖੇ ਹੀ ਤੁਸੀਂ ਕੁਝ ਵੀ id od ਪਾ ਦਿਓ, ਇਮੇਜ ਦਾ ਡਿਸਟੈਂਸ ਪਾ ਦਿਓ। ਤੁਹਾਨੂੰ ਐਕਸ ਵਾਈ ਐਕਸਿਸ ਦਾ ਹਿਸਾਬ ਲਾਣਾ ਪੈਣਾ ਹੈ ਤੇ ਪੋਜ਼ਿਟਿਵ ਨੈਗੇਟਿਵ ਉਹਨਾਂ ਨੂੰ ਲਿਖਣਾ ਪੈਣਾ ਹੈ। ਇਹ ਸਾਡਾ ਹੋ ਗਿਆ ਪਹਿਲਾ ਫਾਰਮੂਲਾ, ਜਿਹਨੂੰ ਕਹਿੰਦੇ ਨੇ ਮਿਰਰ ਫਾਰਮੂਲਾ। ਬੁੱਕਸ 'ਚ ਇਹਨੂੰ 1/v ਪਲੱਸ 1/u, ਯਾਨੀ ਕਿ ਇਹਨੂੰ v ਕਹਿ ਦਿੰਦੇ ਆ, ਇਹਨੂੰ u ਕਹਿ ਦਿੰਦੇ ਆ। ਬਟ ਮੈਂ id od ਕਰਦਾ ਕਿਉਂਕਿ ਯਾਦ ਰਹਿੰਦਾ ਹੈ, od ਨਾਲ ਯਾਦ ਆ ਜਾਂਦਾ ਹੈ ਆਬਜੈਕਟ ਦਾ ਡਿਸਟੈਂਸ ਤੇ id ਨਾਲ ਯਾਦ ਆ ਜਾਂਦਾ ਹੈ ਇਮੇਜ ਦਾ ਡਿਸਟੈਂਸ, ਕਨਫਿਊਜ਼ਨ ਨਹੀਂ ਹੁੰਦੀ। ਹੁਣ ਜਿਹੜਾ ਸਾਡਾ ਦੂਜਾ ਹੈਗਾ ਉਹ ਹੈਗਾ ਮੈਗਨੀਫਿਕੇਸ਼ਨ ਦਾ ਫਾਰਮੂਲਾ। ਮੈਗਨੀਫਿਕੇਸ਼ਨ, ਇਹਨੇ ਡਿਸਟੈਂਸ ਦੀ ਗੱਲ ਕੀਤੀ ਕਿ ਇਮੇਜ ਕਿੱਥੇ ਕਰਕੇ ਬਣੇਗੀ। ਮੈਗਨੀਫਿਕੇਸ਼ਨ ਕੀ ਦੱਸੇਗਾ? ਵੱਡੀ ਹੋਏਗੀ, ਛੋਟੀ ਹੋਏਗੀ, ਬਰਾਬਰ ਰਹੇਗੀ, ਇਸ ਦੀ ਇਨਫੋਰਮੇਸ਼ਨ ਇਹਨੇ ਦੇਣੀ ਹੈ। ਤੇ ਮੈਗਨੀਫਿਕੇਸ਼ਨ ਦਾ ਫਾਰਮੂਲਾ ਵੀ ਬੜਾ ਸਿੰਪਲ ਹੈ। ਮੈਗਨੀਫਿਕੇਸ਼ਨ ਕਿੰਨੀ ਕਰ ਹੋਏਗੀ? m ਦਿੱਤਾ ਜਾਂਦਾ ਹੈ id ਡਿਵਾਈਡਡ ਬਾਈ od। ਇਹ ਵੀ ਸਿੰਪਲ ਯਾਦ ਹੋ ਗਿਆ। ਪਹਿਲੇ id ਰੈਸੀਪ੍ਰੋਕਲ ਚ ਦੇਖੋ ਮੇਰੇ ਫਾਰਮੂਲੇ ਚ ਇੱਥੇ ਉੱਪਰ id od, ਬਟ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਨੈਗੇਟਿਵ ਨਾਲ ਲਾਣਾ ਹੈ। ਇਹ ਸਾਡਾ ਸੈਕੰਡ ਫਾਰਮੂਲਾ ਹੋ ਗਿਆ। ਇਹਨੂੰ ਕਵਾਂਗੇ ਮੈਗਨੀਫਿਕੇਸ਼ਨ ਫਾਰਮੂਲਾ। ਮੈਗਨੀਫਿਕੇਸ਼ਨ ਨੂੰ ਥੋੜਾ ਜਿਹਾ ਸਮਝ ਲਈਏ ਜਾਣ ਤੋਂ ਪਹਿਲਾਂ। ਮੰਨ ਲਓ ਤੁਹਾਡਾ ਆਬਜੈਕਟ ਜਿਹੜਾ ਹੈਗਾ ਇੰਨਾ ਹੈ 1 ਸੈਂਟੀਮੀਟਰ, ਓਕੇ। ਤੁਹਾਨੂੰ ਇਮੇਜ ਜਿਹੜੀ ਮਿਲੀ ਉਹ ਇੰਨੀ ਮਿਲੀ 2 ਸੈਂਟੀਮੀਟਰ ਦੀ, ਵੱਡੀ ਹੋ ਗਈ ਨਾ। ਮੈਂ ਕੀ ਕਵਾਂਗਾ, m ਜਿਹੜਾ ਹੈਗਾ ਉਹ 2 ਹੈ, ਡਬਲ ਕਰ ਦੇਗਾ ਇਮੇਜ ਨੂੰ, ਠੀਕ ਹੈ। ਦੂਜਾ ਐਗਜ਼ਾਮਪਲ ਲਓ, ਮੇਰਾ ਆਬਜੈਕਟ ਇਦਾਂ ਦਾ ਸੀਗਾ 2 ਸੈਂਟੀਮੀਟਰ ਦਾ ਤੇ ਜਿਹੜੀ ਇਮੇਜ ਮਿਲੀ ਉਹ ਛੋਟੀ ਮਿਲੀ, ਠੀਕ ਹੈ। ਤੇ ਇਹ 1 ਸੈਂਟੀਮੀਟਰ ਨਿਕਲੀ। ਇਹ ਤਾਂ ਇਹਦਾ ਹਾਫ ਹੀ ਹੋ ਗਿਆ, ਅੱਧੀ ਹੋ ਗਈ। ਯਾਨੀ ਕਿ ਮੈਗਨੀਫਿਕੇਸ਼ਨ ਕਿੰਨੀ ਹੋਈ? ਅੱਧੀ ਹੋਈ। ਤਾਂ ਇਸ ਹਿਸਾਬ ਨਾਲ ਥੋੜੀ ਕਾਮਨ ਸੈਂਸ ਮੈਗਨੀਫਿਕੇਸ਼ਨ ਨਾਲ ਲੱਗ ਜਾਣੀ ਹੈ। ਇਦਾਂ ਨਹੀਂ ਸਿਰਫ ਫਾਰਮੂਲੇ ਲਾਣੇ, ਸਾਨੂੰ ਸਮਝਣਾ ਵੀ ਚਾਹੀਦਾ ਇਹ ਚੀਜ਼ਾਂ ਕੀ ਕਹਿ ਰਹੀਆਂ ਹਨ। ਇਹ ਨੈਗੇਟਿਵ ਦਾ ਕੀ ਯੂਜ਼ ਹੋਏਗਾ, ਤੁਹਾਨੂੰ ਬਿਲਕੁਲ ਐਗਜ਼ੈਕਟਲੀ ਸਮਝ ਆਏਗਾ ਇਹਦਾ ਮਤਲਬ ਕੀ ਹੁੰਦਾ ਪਿਆ। ਇਹ ਦੱਸੇਗਾ ਪੁੱਠੀ ਹੋਣ ਦਾ, ਸਿੱਧੀ ਹੋਣ ਦਾ, ਇਨਵਰਟਿਡ ਹੋਏਗੀ ਜਾਂ ਇਰੈਕਟ ਹੋਏਗੀ ਇਮੇਜ। ਇਹ ਅਸੀਂ ਜਦੋਂ ਕੁਐਸਚਨ ਕਰਾਂਗੇ ਤਾਂ ਕਲੈਰਿਟੀ ਜ਼ਿਆਦਾ ਆਣੀ ਹੈ। ਚਲੋ ਸਿੰਪਲ ਕੁਐਸਚਨ ਕਰੀਏ ਤੇ ਅੱਗੇ ਚੱਲਦੇ ਹਾਂ। ਦੇਖੋ ਪਹਿਲਾ ਕੁਐਸਚਨ ਕਰ ਲੈਂਦੇ ਹਾਂ। An object is kept at 5 centimeter in front of a concave mirror. The radius of mirror is 4 centimeter. Where will be the image formed? यानी कि सानू की पूछा जा रहा है, id पूछा जा रहा है, इमेज ਦਾ डिस्टेंस पूछा जा रहा है। की ਦੱਸਿਆ ਹੋਇਆ ਹੈ? od ਦੱਸਿਆ ਹੋਇਆ ਹੈ। Object is kept at 5 centimeter, तो od ਮਿਲ ਜਾਣਾ ਹੈ। The radius of mirror is 4 centimeter, ਇਹ ਕਦੇ ਵਾਸਤੇ ਦਿੱਤਾ ਹੈ? ਇਹ ਅਸੀਂ ਫੋਕਸ ਕੱਢ ਸਕਦੇ ਹਾਂ ਇਹਦੇ ਤੋਂ, ਕਿਉਂਕਿ ਰੇਡੀਅਸ ਦਾ ਹਾਫ ਕੀ ਹੁੰਦਾ ਹੈ? ਫੋਕਸ ਹੁੰਦਾ ਹੈ। ਜਾਂ ਸੈਂਟਰ ਮੰਨ ਲਓ ਤੁਸੀਂ 4 ਸੈਂਟੀਮੀਟਰ ਤੇ ਹੈ ਤਾਂ ਫੋਕਸ ਕਿੰਨਾ ਹੋਏਗਾ? 2 ਸੈਂਟੀਮੀਟਰ ਤੇ। ਅਸੀਂ ਕਦੇ ਵੀ ਇਹੋ ਜਿਹੇ ਕੁਐਸਚਨ ਕਰ ਰਹੇ ਹਾਂ ਬੇਟਾ, ਯਾਦ ਰੱਖਣਾ ਸਿੱਧੇ ਫਾਰਮੂਲੇ ਲਾਣੇ ਨਹੀਂ ਸ਼ੁਰੂ ਕਰਨੇ, ਰਫ ਚ ਜ਼ਰੂਰ ਬਣਾਉਣਾ ਅਸੀਂ ਡਾਇਗਰਾਮ। ਇੱਕ ਛੋਟਾ ਜਿਹਾ ਇੱਥੇ ਰਫ ਚ ਬਣਾ ਲੈਣਾ। ਮੰਨ ਲਓ ਇਹ ਕੌਨਕੇਵ ਮਿਰਰ ਹੈ, ਇਹ ਐਕਸਿਸ ਹੋ ਗਈ ਕੌਨਕੇਵ ਮਿਰਰ ਇਦਾਂ। ਇਹ ਮੰਨ ਲਓ डिस्टेंस ਇੱਥੇ ਲਿਖਦਾ ਹਾਂ, ਇਹ ਸੈਂਟਰ ਹੈ ਇਹਦਾ, ਮੰਨ ਲਓ ਸੈਂਟਰ, ਇਹ ਅੱਧਾ ਹੋ ਜਾਏਗਾ ਤੇ ਫੋਕਸ। ਇਹਨੂੰ ਕਹਿੰਦੇ ਨੇ ਰੇਡੀਅਸ, ਪੋਲ ਤੋਂ ਸੈਂਟਰ ਦੇ ਡਿਸਟੈਂਸ ਨੂੰ ਹੀ ਰੇਡੀਅਸ ਕਹਿੰਦੇ ਹਨ। ਤੇ ਇੱਥੇ ਕਰਕੇ ਆਬਜੈਕਟ ਪਿਆ ਹੋਇਆ ਹੈ, ਓਕੇ। 6 ਸੈਂਟੀਮੀਟਰ ਤੇ ਨਹੀਂ 5 ਸੈਂਟੀਮੀਟਰ ਤੇ, ਸੌਰੀ 5 ਤੇ। ਪੋਲ ਤੋਂ ਹੀ ਸਾਰੇ ਡਿਸਟੈਂਸ ਹੋਣੇ ਹਨ, ਯਾਦ ਰੱਖਣਾ। 5 ਸੈਂਟਰ ਕਿੰਨਾ ਹੈਗਾ, ਰੇਡੀਅਸ ਕਿੰਨਾ ਦੱਸਿਆ ਹੋਇਆ 4, ਤਾਂ ਜੇ ਸੈਂਟਰ ਦੱਸਣਾ ਹੋਏ ਤੇ 4। मैं दूर ਤਾਂ ਕਰਕੇ ਕਰ ਰਿਹਾ ਜਿੱਥੇ ਕਨਫਿਊਜ਼ਨ ਨਾ ਹੋਏ। ਇੱਥੇ ਛੋਟੀ ਜਿਹੀ ਫਿਗਰ ਹੈ, ਇਹ ਬੇਟਾ ਰਫ ਜ਼ਰੂਰ ਬਣਾਣੀ ਹੈ ਅਸੀਂ। ਤੇ ਫੋਕਸ ਕਿੰਨਾ ਹੋ ਜਾਏਗਾ ਜੇ ਸੈਂਟਰ 4 ਹੈ ਤਾਂ 2। ਇਹ ਵੈਸੇ ਕੇਸ ਕਿਹੜਾ ਹੋਇਆ? ਇਹ ਹੋ ਗਿਆ ਅਵੇ ਫਰੋਮ ਸੈਂਟਰ ਦਾ। ਤੇ ਅਵੇ ਫਰੋਮ ਸੈਂਟਰ 'ਚ ਸਾਨੂੰ ਪਤਾ ਇਮੇਜ ਥੱਲੇ ਬਣਦੀ ਸੀ ਪੁੱਠੀ ਇਨਵਰਟਿਡ, ਤੇ ਸੈਂਟਰ ਆਫ ਦਾ ਫੋਕਸ ਦੇ ਵਿੱਚ ਆਉਂਦੀ ਸੀ। ਫਾਰਮੂਲਾ ਸੇਮ ਚੀਜ਼ ਕਵੇਗਾ। ਚਲੋ ਵੇਖਦੇ ਹਾਂ। ਹੁਣ ਅਸੀਂ ਸਟੈਪ ਬਾਈ ਸਟੈਪ ਕਰ ਲੈਣਾ ਹੈ। ਆਨਸਰ ਕਿੱਦਾਂ ਕਰਨਾ ਹੈ ਇਹਦਾ।
मिरर फार्मूला की होंदा है, वो ला दीए। 1/id प्लस 1/od इज इक्वल टू 1/f। ਹੁਣ ਅਸੀਂ ਡਾਇਗਰਾਮ ਕਿਉਂ ਬਣਾਈ? ਕਿਉਂ ਕਰਕੇ ਸਾਨੂੰ ਸਾਈਨ ਕਨਵੈਂਸ਼ਨ ਸਾਡੀ ਠੀਕ ਆਵੇ। ਹੁਣ ਇੱਥੇ ਵੈਲਿਊ ਪਾਈਏ 1/id ਤਾਂ ਸਾਨੂੰ ਪਤਾ ਹੀ ਨਹੀਂ, ਇਮੇਜ ਡਿਸਟੈਂਸ ਤਾਂ ਪੁੱਛਿਆ ਹੋਇਆ, ਵੇਅਰ ਵਿਲ ਬੀ ਦਾ ਇਮੇਜ ਫਾਰਮਡ, ਇਹਦੇ ਬਾਰੇ ਨੌਲੇਜ ਹੀ ਨਹੀਂ ਹੈ, ਤਾਂ ਇਹਨੂੰ id ਹੀ ਰਹਿਣ ਦਿੰਦੇ ਹਾਂ। ਪਲੱਸ 1/od ऑब्जेक्ट डिस्टेंस कितना हैगा 5, 5 बोलिए कि -5, -5 हो गया ना। फायदा डायग्राम बनाने का, नहीं तो गलती हो जानी सी, इत्थे 5 ही लिख देना सी असीं। सीधे तुसीं क्वेश्चन ना लिखोगे तो फिर गलती होने के चांस हो जाते हैं। 1 फोकस कितना हैगा 2 के -2, -2 डायग्राम नाल बिल्कुल क्लियर हो जाना है। हुण देखो 1/id नूं इत्थे ही रहन दईए क्योंकि ये चाहिए है सानू। ये माइनस बटे च हैगा, इन्हें -1/5 कर देना, उत्थे जाके प्लस हो जाना है। ये जो -2 है इनू माइनस हाफ कर देगा, तो इत्थे जाके असीं कह सकते हैं अरेंज करिए तो 1/5 - 1/2 हो जाना है। एलसीएम मैथड नाल कढ़िए इनू 10 हो जाएगा जी दोवां दा एलसीएम। फिर असीं कह सकते हैं 2 - 5 ਜਿਹੜਾ हो गया -3/10 आंसर आ गया। होल्ड ऑन 1/id की वैल्यू आई है -3/10। id वास्ते असीं की करना है 1/id, ये स्टैप ना गलती हो जाती होंगी है, ये सोचते हैं कि आ गया साडा आंसर, ये 1/id है -3/10। ਹੁਣ ਅਸੀਂ ਕੀ ਕਰ ਸਕਦੇ ਹਾਂ, ਦੋਨਾਂ ਨੂੰ ਪੁੱਠੇ ਕਰ ਦੋ, ਰੈਸੀਪ੍ਰੋਕਲ ਹੈਗੇ ਨਾ। ਇਹਨੂੰ -3/10 ਨੂੰ ਕਰ ਦੋ 10/3, ਇਹਨੂੰ ਕਰ ਦੋ 1/id ਨੂੰ, id ਉੱਪਰ ਆ ਜਾਏਗਾ id/1। ਤਾਂ ਇਦਾਂ ਕਰ सकते हैं ਇਹਨੂੰ। ये थोड़ा स्टेप देखो, कंफ्यूज ना होना। id की वैल्यू हो जाएगी -10/3। कितना होएगा जी डिवाइड करके -3.33 चली जानी है वैल्यू, पर मान लो इन्ने आई, इन्ने सेंटीमीटर है ना। हुण देखो इत्थे ध्यान करो, क्वेश्चन साडा ठीक आया, साडा आंसर ठीक आया कि नहीं आया, चेक करिए। फोकस कितना 2 सेंटीमीटर का, सेंटर कितना हैगा साडा 4 का। 2 ते 4 विच वैल्यू होंदी है 3.3 विचकार ही आनी ना, यानी कि साडी इमेज जिहड़ी बनेगी वो किहड़ी बनेगी, वो साडी बनेगी सेंटर ते फोकस दे विच। यही तां असीं कीता सी, ते जिहड़े भी एग्जाम्पल कीते सी सारिਆਂ ਨੂੰ वेरीफाई कर सकते हो तुसीं, क्योंकि ਅਸੀਂ डिस्टेंस वेख सकते हैं, स्केल नाल नाप सकते हैं, एग्जैक्टली ਤੁਹਾਡੀ ठीक निकलेगी। जो तुसीं डायग्राम बनाते हैं तो काफ़ी थोड़ी जिवें 2.5 वैल्यू आनी चाहिए है, तो 2.4 आ जाएगी, क्योंकि गलती थोड़ी बनाने च हो सकती है, बट अंदाजन ਤੁਹਾਡੀ वैल्यू ठीक आएगी। दूजी चीज़ सर ये नैगेटिव साइन क्यों लाया, क्योंकि जी इमेज बनेगी वो पोल दे लैफ्ट साइड बनेगी, तां ही करके नैगेटिव साइन दिता है। एग्जैक्टली दसता कित्थे इमेज बनेगी। जे मैं सिंपल 3.3 सेंटीमीटर बोल दिंदा, तुसीं कहना सर इधर नूं, गलत हो जाता ना। तां ही करके जो आंसर आया वो बिल्कुल सानू गाइड कर रहा है। इमेज डिस्टेंस जदों मैं इदां लिखिया तो साडे दिमाग च पूरा दिमाग च क्लीयर हो गया कित्थे है इमेज। ये जिहड़ा लैंस है उहदे पोल तो लैफ्ट साइड नूं हैगी है इमेज, इत्थे करके इमेज बनेगी। ये वड्डी बनती सी कि छोटी बनती सी, देखिए छोटी बनती सी, मैग्नीफिकेशन घट होएगी। हाले वो प्रॉब्लम्स नहीं करांगे, अगे चलते हैं नैक्सट क्वेश्चन पे। नैक्सट क्वेश्चन देखो बड़ा इंटरस्टिंग जिहा क्वेश्चन है। ਇਹਦੇ 'ਚ ਸਾਨੂੰ कह रहा है कि ऑब्जेक्ट रखिया 4 सेंटीमीटर ਤੇ कॉनकेव मिरर ਦੇ फ्रंट ਤੇ रेडियस ਜਿਹੜਾ ਹੈਗਾ ਉਹ ਕਿੰਨਾ ਹੈਗਾ 4 सेंटीमीटर ही है, यानी कि सेंटर भी 4 सेंटीमीटर ਤੇ है, मतलब ਉਹਦੇ ਤੇ ਹੀ ਸੈਂਟਰ ਤੇ ਰੱਖਿਆ ਹੋਇਆ ਹੈ। ਇਮੇਜ ਕਿਹੋ ਜੀ ਬਣਦੀ ਹੈ, ਸੇਮ ਵੀ ਬਣ ਜਾਂਦੀ ਹੈ, ਪਰ ਸਾਡੇ ਫਾਰਮੂਲਾ ਵੀ ਸੇਮ ਹੀ ਦੱਸੇਗਾ। ਆਓ ਵੇਖਦੇ ਹਾਂ। ਅਸੀਂ ਕੀ ਕੀਤਾ ਸੀ, ਪਹਿਲੇ ਇੱਕ ਜਨਰਲ ਫਿਗਰ ਬਣਾ ਲਈ। ਹੁਣ ਮੈਂ ਥੋੜਾ ਫਾਸਟ ਕਰਾਂਗਾ। ਇਹਦਾ ਪ੍ਰਿੰਸੀਪਲ ਐਕਸਿਸ ਆ ਗਈ, ਕੌਨਕੇਵ ਮਿਰਰ ਦਿਖਾਤਾ। ਮੰਨ ਲਓ ਇੱਥੇ ਸੈਂਟਰ ਹੈ, ਇਹ ਹੈ 4 ਸੈਂਟੀਮੀਟਰ, ਤੇ ਅਸੀਂ ਇੱਥੇ ਆਬਜੈਕਟ ਰੱਖਿਆ ਹੋਇਆ ਹੈ 4 ਤੇ ਹੀ, ਕਿਉਂਕਿ ਦੇਖੋ 4 ਸੈਂਟੀਮੀਟਰ ਤੇ ਹੀ ਬਣਿਆ ਹੋਇਆ ਹੈ। ਇਹ ਫੋਕਸ ਹੈ, ਫੋਕਸ ਕਿੰਨਾ ਹੋ ਜਾਏਗਾ 2 ਦਾ ਹੋ ਜਾਏਗਾ। ਤਾਂ ਅਸੀਂ ਦੇਖੋ ਹੁਣ ਇਹਨੂੰ ਫਾਰਮੂਲਾ ਵੈਲਿਊ 'ਚ ਪਾਉਂਦੇ ਹਾਂ। ਵੈਲਿਊਜ਼ ਜਿਹੜੀ ਹੈਗੀਆਂ ਹੁਣ ਸਾਈਨ ਨਾਲ ਮਿਰਰ ਫਾਰਮੂਲੇ 'ਚ ਪਾਉਂਦੇ ਹਾਂ। ਇਹ ਤਾਂ ਸਾਨੂੰ ਪਤਾ ਹੀ ਹੈ, ਚਲੋ ਦੇਖਦੇ ਹਾਂ। 1/id पता नहीं, id सानू पूछा गया है, प्लस 1/od, od हाले भी नैगेटिव ही होना है, ऑब्जेक्ट डिस्टेंस हाले भी तानू ही है, ता आ जानी है 4 वैल्यू कि -4, फोकस उतना ही है 1/-2 याद रखना।
नहीं तो आंसर गलत हो जाना है, क्योंकि फोकस ਤਾਂ ਨੂੰ है। ਹੁਣ 1/id ਨੂੰ ਇੱਥੇ ਰਹਿਣ दीए, ये हो जाएगा -1/4, वो थोड़ा स्लो स्टेप कर लिए, ये हो जाएगा -1/2। चलो जी नेक्स्ट स्टेप की रह सकते हो, 1/id ਨੂੰ ਇੱਥੇ रख लो, ये 1/4 जाके उत्थे पॉजिटिव हो जाएगा, तो कह सकते 1/4 -1/2 1/4 -1/2 कर लिए। एलसीएम कितना आना है इन्हां दा, 4 ही आना है, इन्हें हो जाना 1, इन्हें हो जाना 1 -2, आंसर आ जाएगा -1/4। रफ च कर लिया। हूँ देखो अगे चलो, 1/id आ गया -1/4, क्या आंसर आ गया? नहीं, id तो हले थले है, रेसिप्रोकल च इन्हू उपर ले आओ, तो दूजी साइड का रेसिप्रोकल भी उपर आ जाना है, id हो जाना है -4 सेंटीमीटर। आंसर 4 सेंटीमीटर की कह रहा है, पोल तो दूर है, माइनस की कह रहा है तां लैफ्ट साइड नूं, तो इमेज साडी इदां ही बनती सी ना इहदे थल्ले। हुण एक इत्थे गल करनी है असीं मैगनीफिकेशन दी। कितना साइज होंदा है सानू पता ही, सेम ही साइज होंदा है, यानी कि सानू पुछ लिया होंदा इत्थे एडिशन होंदी इस क्वेश्चन च, व्हाट विल बी द मैगनीफिकेशन, कितना वड्डा छोटा होएगा। हुण सानू डायग्रामां तो पता है कि सेम साइज दी आंदी है, बट साडा फार्मूला मैगनीफिकेशन दा भी तो सेम चीज़ कहना चाहता ना। चलो वेखदे हां। मैगनीफिकेशन वास्ते असी फार्मूला लिखते हाँ, मैगनीफिकेशन एम नाल डिनोट करी दी है, माइनस ला के आई डी डिवाइडेड बाय ओ डी। हुण आई डी असी कढ़ चुके हैं, आई डी निकली है -4 सेंटीमीटर दी, ये असी आंसर कढ़ चुके हैं, हुणे पिछे कीता असी। हुण असी मैगनीफिकेशन करिए, माइनस साइन फार्मूले विच ही है, याद रखना। आई डी असी कढ़ चुके हैं -4, थल्ले ओ डी जिहड़ा हैगा वो कितना हैगा फिगर च, ऑब्जेक्ट डिस्टेंस लैफ्ट ਨੂੰ होएगा तो सानू माइनस ही पाना पएगा, याद रखना इनू, है ना, माइनस ही पाना पएगा। ये तो माइनस माइनस होके प्लस हो जाएगा, 4/4 ये माइनस असी कह सकते आ जाएगा, -1 की मैगनीफिकेशन हो रही है। साडा जिहड़ा मैगनीफिकेशन आया वो -1 का आया। इस आंसर ਨੂੰ समझिए, 1 का मतलब की है, एक गुणा हो जाएगी, यानी कि एक गुणा की होंदा किसे नाल, सर सेम साइज होएगा, बट ये नैगेटिव साइन की दस रहा है, नैगेटिव साइन दस रहा है इमेज विल बी इनवर्टेड, पुट्ठी होएगी। जो असी सेंटर च क्रॉस करते हैं, ये ऑब्जेक्ट है, तो इमेज कितने आती है, थल्ले नूं आती है। एक गुणा यानी कि सेम ही साइज होएगा, बट असी कैलकुलेट की मैगनीफिकेशन माइनस दी, तो माइनस साइन भी एक इन्फॉर्मेशन दे रहा है कि जिहड़ी साडी इमेज होएगी वो पुट्ठी होएगी। देखिया फॉर्मूले कितनी अच्छी इन्फॉर्मेशन दे रहे हैं, असी सब कुछ दस सकते हैं कि इमेज कित्थे बनेगी, ਉਹਦਾ साइज की होएगा। हुण देखो इत्थे असी मैगनीफिकेशन कड्ढी -1 दी, जे -2 की मैगनीफिकेशन होवे तां की होएगा, जे ए ऑब्जेक्ट हुंदा कितना भी लेंथ होए दी, हुण मैगनीफिकेशन साडा मान लो कोई क्वेश्चन कड्ढिया उहदे च -2 आ गया, ਇਹਦਾ मतलब होनी तो पुट्ठी है, किते भी हो सकती है इमेज, बट साइज कितना हो जाएगा 2 गुणा और इमेज पुट्ठी, ਇਹਦਾ मतलब है -2। ਹੁਣ एक और एग्जाम्पल लो, इदा की इमेज है तो जिहड़ा असी पहले एग्जाम्पल लिया सी, है ना, हुण 2 की मैगनीफिकेशन है, इसका मतलब की है, जे 1 सेंटीमीटर की इमेज है तो इदा 2 सेंटीमीटर की इमेज आती पई है, क्या साइन नैगेटिव आएगा मैगनीफिकेशन के नाल इस केस च? नहीं, वो तो ही आ रहा है जो पुट्ठी बन रही है, यानी कि इस केस च मैगनीफिकेशन कितनी होएगी 2 की। मैगनीफिकेशन 2 दी ते -2 च की फर्क है सर, पॉजिटिव नैगेटिव था, जे साइन पॉजिटिव होएगा असीं कहांगे इरैक्ट इमेज है, सीधा सीधी इमेज मिलेगी। जे मैगनीफिकेशन -2 है तो मतलब मैगनीफिकेशन तो होएगी बट पुट्ठे पासे इनवर्टेड होएगी इमेज, ये इन्फॉर्मेशन भी सानू साइन नाल मिल जाती है, तां ही करके साइन कन्वेंशनस इंपॉर्टेंट हैं। ਹੁਣ ਤੁਸੀਂ ਕੀ ਕਰਨਾ ਹੈ, ਕੌਨਕੇਵ ਮਿਰਰ ਦੇ ਥੋੜੇ ਕੇਸਿਸ ਲੈ ਕੇ ਜਿਹੜੇ ਇਸ ਤੋਂ ਅੱਗੇ ਕਰ ਸਕਦੇ ਸੀ, ਤੁਸੀਂ ਸੈਂਟਰ ਤੋਂ ਗਾਂਹ ਵੀ ਜਾ ਸਕਦੇ ਹੋ ਤੇ ਮੈਜਰ ਕਰ ਸਕਦੇ ਹੋ, ਤੇ ਕੋਈ ਕਨਫਿਊਜ਼ਨ ਆਉਂਦੀ ਹੈ ਤਾਂ ਅਸੀਂ ਡਿਸਕਸ ਕਰ ਸਕਦੇ ਹਾਂ ਕਲਾਸ 'ਚ। ਇੱਕ ਕਨਵੈਕਸ ਮਿਰਰ ਦਾ ਵੀ ਕੁਐਸਚਨ ਕਰ ਲਈਏ, ਇਹ ਤੁਹਾਡੀ ਬੁੱਕ ਦਾ ਕੁਐਸਚਨ ਹੈ। ਇਹ ਕਨਵੈਕਸ ਮਿਰਰ ਯੂਜ਼ਡ ਫॉर ਰੀਅਰ ਵਿਊ ਆਫ ਐਨ ਆਟੋਮੋਬਾਈਲ, ਕਿਸੇ ਆਟੋਮੋਬਾਈਲ 'ਚ ਪਿੱਛੇ ਵੇਖਣ ਵਾਲਾ ਇੱਕ ਮਿਰਰ ਹੈ। ਉਹ ਕਨਵੈਕਸ ਟਾਈਪ ਦੇ ਹੀ ਹੁੰਦੇ ਹਨ ਕਿਉਂਕਿ ਉਹ ਛੋਟੀ ਇਮੇਜ ਦੱਸ ਦਿੰਦੇ ਨੇ, ਵੱਡੀ ਵੱਡੀ ਚੀਜ਼ਾਂ ਦੱਸ ਸਕਦੇ ਆ। ਉਹਦਾ ਰੇਡੀਅਸ ਜਿਹੜਾ ਹੈਗਾ ਕਰਵੇਚਰ ਦਾ 3 ਮੀਟਰ ਹੈ, मतलब सेंटर कितना हो गया 3 मीटर दूर है। इफ बस इज लोकेटेड एट 5 मीटर फ्रॉम दिस मिरर, पिछों बस आ रही कोई, ठीक है 5 मीटर दूर है वो,
यानी कि ऑब्जेक्ट कितनी दूर है 5 मीटर। फाइंड द पोजीशन नेचर एंड साइज ऑफ द इमेज, सारा कुछ ही पूछ लिया। ਅਸੀਂ ਫੋਕਸ ਕਰਾਂਗੇ ਪਹਿਲੇ ਪੋਜੀਸ਼ਨ ਕੱਢਣ 'ਚ, ਯਾਨੀ ਕਿ ਆਈਡੀ ਕੱਢਣ 'ਚ। ਬਟ ਸਭ ਤੋਂ ਪਹਿਲੇ ਅਸੀਂ ਕੀ ਕਰਨੀ ਹੈ, ਇੱਕ ਰਫ ਡਾਇਗਰਾਮ ਜ਼ਰੂਰ ਬਣਾਉਣੀ ਹੈ, ਨਹੀਂ ਤਾਂ ਬਹੁਤ ਕਨਫਿਊਜ਼ਨ ਹੋ ਜਾਣੀ ਹੈ। ਤਾਂ ਪਹਿਲੇ ਇਸ ਕੁਐਸਚਨ ਨੂੰ ਥੋੜਾ ਜਿਹਾ ਸ਼ਾਰਟ ਕਰਨ ਵਾਸਤੇ ਅਸੀਂ ਡਾਇਗਰਾਮ ਜ਼ਰੂਰ ਬਣਾਵਾਂਗੇ। ਇਹ ਮੰਨ ਲਓ ਸਾਡਾ ਮਿਰਰ ਹੈ। ਇਹ ਮੈਂ ਇਹਦਾ ਫੇਸ ਤਾਂ ਹੀ ਕਿਉਂ ਰੱਖਿਆ, ਕਿਉਂਕਿ ਅਸੀਂ ਕਨਵੈਨਸ਼ਨ 'ਚ ਕੀ ਮੰਨਦੇ ਹਾਂ ਕਿ ਲੈਫਟ ਸਾਈਡ ਹੀ ਜ਼ਿਆਦਾਤਰ ਆਬਜੈਕਟ ਸਾਨੂੰ ਰੱਖਣਾ ਚਾਹੀਦਾ ਹੈ। ਤਾਂ ਉਹ ਚੀਜ਼ ਗੱਲ ਨੂੰ ਮੰਨਿਆ ਉਸ ਨੂੰ, ਤਾਂ ਕਰਕੇ ਮੈਂ ਤੇਰਾ ਇਹ ਪ੍ਰਿੰਸੀਪਲ ਐਕਸਿਸ ਹੋ ਗਈ, ਪ੍ਰਿੰਸੀਪਲ ਐਕਸਿਸ ਹੋ ਗਈ। ਮੰਨ ਲਓ ਇਹਦਾ ਸੈਂਟਰ ਹੁਣ ਦੇਖੋ ਕਿਸ ਪਾਸੇ ਹੋਏਗਾ, ਤਾਂ ਨੂੰ ਹੋਏਗਾ, ਕਿਉਂਕਿ ਇਹ ਸੈਂਟਰ ਜਦੋਂ ਅਸੀਂ ਗੋਲਾ ਬਣਾਇਆ ਸੀ, ਜੇ ਬਣਾਉਣਾ ਹੁੰਦਾ ਤਾਂ ਇੱਧਰੋਂ ਹੀ ਖਿੱਚਣੀ ਸੀ, ਤੁਸੀਂ ਪ੍ਰਕਾਰ ਤਾਂ ਇੱਥੇ ਰੱਖਣੀ ਸੀ, ਤਾਂ ਉੱਥੇ ਹੀ ਸੈਂਟਰ ਹੈ ਤੁਹਾਡਾ, ਯਾਦ ਰੱਖਣਾ ਇਸ ਚੀਜ਼ ਨੂੰ। ਇੱਥੇ ਨਹੀਂ ਹੈਗਾ ਸੈਂਟਰ, ਸੈਂਟਰ ਇੱਥੇ ਹੈਗਾ। ਇਹ ਮੰਨ ਲਓ ਸੈਂਟਰ ਹੈ, ਇਹ ਇਹਦਾ ਫੋਕਸ ਹੈ, ऑब्जेक्ट इत्थे करके है, मान लो इत्थे है, असी एरो नाल बस नूं विखा सकते हैं। सेंटर कितनी दूर है, रेडियस कितना है, यानी कि पोल तो सेंटर तक रेडियस ही कहते उन्होंने, ये 3 है, ये 3 है। इत्थे साइन कन्वेंशन नहीं पानी, सिर्फ नंबर लिख देने। फोकस कितना हो गया 1.5 का, ये फोकस करना होया हाफ हो जाएगा, तो इत्थे लिख देना हाँ ये जो डिस्टेंस है हो गया फोकस 1.5 का। ऑब्जेक्ट जोड़ा हैगा तानू है इस साइड कितना 5, ये भी सारा डिस्टेंस कितों होना है बेटा, पोल तो। सारे डिस्टेंस जोड़े है याद रखना, असी पोल तो ही लेंदे हैं, यानी कि 0 0 तो एक्स एक्सिस वाई एक्सिस मन्नी सी ना, तो 0 तो ही सारे डिस्टेंस कैलकुलेट करते हैं, तो पोल तो ही सारे डिस्टेंस लेने हैं। जे इसे डायग्राम बना लिया तुसीं तो तुहाडे आंसर निकल जाने। सब तो पहले लभीए पोजीशन कित्थे मिलनी है, तुहानूं पता है कॉन्वैक्स मिरर च पिछे ही इमेज मिलती है, पुठे पासे ही मिलती है, यानी कि वर्चुअल इमेज मिलती है, बट फिर भी पोजीशन फाइंड करने की कोशिश करते हैं। साइन कन्वेंशन डिफरेंट हो गया, नहीं जी बिल्कुल सेम, ए वाई एक्सिस ए एक्स एक्सिस, इधर पॉजिटिव इधर नेगेटिव। वेखिए चलो असी लेंदे हैं जी आंसर कढ़ने की कोशिश करते हाँ। सब तो पहले सानू याद आएगा जी मिरर फॉर्मूला, कॉन्वैक्स वास्ते वखरा नहीं हो जाना, इस दोनों स्पेरिकल मिरर वास्ते है 1 बाय आई डी प्लस 1 बाय ओ डी इज इक्वल टू 1 बाय एफ। हुण वैल्यू पाते चलो, आई डी तो सानू पता नहीं, वही तो पूछना है कि कित्थे करके इमेज बनेगी बस दी, ये सानू पता नहीं, तो उदा दा उदा रहन ता। ऑब्जेक्ट डिस्टेंस सानू पता है, सानू दस्या गया है 5 मीटर दूर, साडा जिहड़ा 5 मीटर दूर जिहड़ी है साडी बस है, तो -5 पावांगा इत्थे मैं। क्यों पाया माइनस, देख लो -5 इत्थे नूं नैगेटिव होंदा है, तां ही करके जे डायग्राम नहीं पाया पूरे कन्फ्यूज हो जाएंगे। हुण 1 बाय एफ, एफ आया 1.5, ये मैनू पॉजिटिव पाना चाहिए कि नेगेटिव, ए वाई एक्सिस है तां की हुंदी है पॉजिटिव। देखिया फर्क पै गया ना फिगर बना के, तो इत्थे असीं लिख देना है 1.5। हुण 1 बाय आई डी नूं असीं थोड़ा सॉल्व करिए, 1 बाय आई डी इस पासे रहन दीए, ये -1/5 हो जाना है, दूजे पासे जाके हो जाना इन्हें पॉजिटिव, तो वो तो पॉजिटिव है ही, यानी कि दोनों चीज़ां ऐड हो गया। तो 1.5 नूं 3/2 भी लिख सकदा मैं, इनू 3/2 थले होएगा तो उत्ते चल जाएगा, इदा भी कर सकदा सॉल्व, तुसीं अपने हिसाब नाल कर लेना, मैं इदा करता। 1.5 नूं खोल लिया, 3/2 करना सी, 3/2 बड़े दे बड़े थले उपर आ जाता है, तो 2/3 हो गया, 1/5 ते ऐड करना है, तो एलसीएम मैथड नाल ऐड करांगे, ऐड होके की आ जाना है, थले तो 15 ही आना है, ऊपर आना है 3 जमा 10, 13/15 आंसर आया नहीं। 1 बाय आई डी का सिर्फ पता लगा है, आई डी की हो जाएगा 15/13, जिहड़ी वैल्यू आती है लगभग 1.15 मीटर ते लगभग है वैल्यू है, थोड़ी जी मैं डेसीमल छड्डे हुए है, 1.515 के लगभग आ जानी है। 13 एकम 13 हो जाने, 2 रह जाना, फिर 13 नाल एक होर बढ़ जाएगा, उदा असीं कट सकते हैं डिवीजन करके भी। ये आई डी साडा आ गया। देखो आई डी की वैल्यू जिहड़ी सानू आंसर मिली है वो पॉजिटिव है, नैगेटिव नहीं आया इस बारी, क्योंकि असी पहले ही डिस्कस कर लिया सी कॉन्वैक्स मिरर च इमेज जिहड़ी है इधरले पासे नूं मिलेगी, इधरले पासे जिहड़ी इमेज मिलेगी
ਉਹ ਕੀ ਹੋਏਗੀ, ਪੋਜ਼ਿਟਿਵ ਹੀ ਗਿਣੀ ਜਾਏਗੀ। ਇੱਥੇ ਕਰਕੇ ਇਮੇਜ ਬਣਨੀ ਹੈ। ਇਹ ਆਈਡੀ ਅਸੀਂ ਕੱਢ ਲਿਆ। ਹਾਲੇ ਤੱਕ ਕੁਐਸਚਨ ਖਤਮ ਨਹੀਂ ਹੋਇਆ, ਉਹਨਾਂ ਨੇ ਦੂਜੀ ਚੀਜ਼ ਵੀ ਪੁੱਛੀ ਸੀ। ਉਹਨਾਂ ਨੇ ਪੁੱਛਿਆ ਸੀ ਨੇਚਰ ਕਿਹੋ ਜਿਹੀ ਹੋਏਗੀ। ਨੇਚਰ ਕੀ ਹੋਏਗੀ ਸਰ, ਹਾਲੇ ਤੱਕ ਨੇਚਰ ਨਹੀਂ ਦੱਸ ਸਕਦੇ। ਉਹਦੇ ਵਾਸਤੇ ਸਾਨੂੰ ਕੀ ਚਾਹੀਦਾ ਹੋਏਗਾ, ਸਾਈਜ਼ ਆਫ ਇਮੇਜ। ਸਾਈਜ਼ ਕਿੰਨੇ ਦੀ ਆਏਗੀ ਦੇਖ ਲੈਂਦੇ ਹਾਂ। ਮੈਗਨੀਫਿਕੇਸ਼ਨ ਦਾ ਫਾਰਮੂਲਾ ਯੂਜ਼ ਕਰ ਲਾਂਗੇ। ਉਹ ਹੁੰਦਾ ਹੈ ਜੀ -m -ID ਡਿਵਾਈਡਡ ਬਾਈ OD। ID ਅਸੀਂ ਕੱਢ ਚੁੱਕੇ हैं -1.15 ਤੇ OD ਕਿੰਨਾ ਹੈ ਸਾਡਾ, ਨੈਗੇਟਿਵ ਚ ਹੈ -5। ਨੈਗੇਟਿਵ ਨੈਗੇਟਿਵ ਕੈਂਸਲ ਹੋ ਕੇ ਪੋਜ਼ਿਟਿਵ ਹੋ ਜਾਏਗਾ 1.15 ਡਿਵਾਈਡਡ ਬਾਈ 5। ਇਹਦਾ ਤੁਸੀਂ ਆਂਸਰ ਕੱਢੋਗੇ ਤਾਂ ਆਏਗਾ 0.23। ਹੁਣ ਦੇਖੋ ਮੈਗਨੀਫਿਕੇਸ਼ਨ ਕਿੰਨੀ ਆਈ ਸਾਡੀ, 0.23। ਇਹਦਾ ਮਤਲਬ ਕੀ ਹੈ, ਜੇ ਇੱਕ ਹੁੰਦਾ ਇੱਥੇ ਇਹਦਾ ਮਤਲਬ ਸੇਮ ਸਾਈਜ਼, 2 ਹੁੰਦਾ ਤਾਂ ਡਬਲ ਸਾਈਜ਼। ਅੱਛਾ 0.5 ਹੁੰਦਾ ਇੱਥੇ ਤੇ ਅੱਧਾ ਸਾਈਜ਼, 0.23 ਮਤਲਬ 0.23 ਨਾਲ ਮਲਟੀਪਲਾਈ ਕਰ ਦੇਣੀ ਹੈ। ਜੇ ਬੱਸ ਦਾ ਸਾਈਜ਼ ਮੰਨ ਲਓ ਉਹਦੀ ਜਿਹੜੀ ਲੰਬਾਈ ਹੈ ਉਹ ਹੈਗੀ ਆ 4 ਮੀਟਰ ਦੀ, ਹੈ ਨਾ, 4 ਮੀਟਰ ਦੀ। ਜੇ ਸਾਨੂੰ ਦਿੱਤਾ ਹੁੰਦਾ, ਇਸ ਕੁਐਸਚਨ 'ਚ ਦਿੱਤਾ ਨਹੀਂ ਹੈ ਤਾਂ ਅਸੀਂ ਕੀ ਕਹਿਣਾ ਸੀ, ਇਮੇਜ ਸਾਈਜ਼ ਕੀ ਹੋਏਗਾ। ਅਸੀਂ ਦੱਸ ਸਕਦੇ ਹਾਂ ਮੈਗਨੀਫਿਕੇਸ਼ਨ ਦੱਸੋ ਸਰ ਕਿੰਨੀ ਹੈ, ਫਾਰਮੂਲੇ ਤੋਂ ਕੱਢ ਲਈ 0.23 ਇੰਟੂ ਜਿਹੜਾ ਬੱਸ ਦਾ ਸਾਈਜ਼ ਹੈ ਐਕਚੁਅਲ, ਇਹ ਹੋ ਗਿਆ ਨਾ ਬੱਸ ਦਾ ਸਾਈਜ਼। ਤੇ ਇਹਨੂੰ ਅਸੀਂ ਕਹਿ ਸਕਦੇ ਹਾਂ 4 ਨਾਲ ਮਲਟੀਪਲਾਈ ਕਰ ਦਿਓ, ਯਾਨੀ ਕਿ ਲਗਭਗ 0.9 ਜਾਂ 1 ਮੀਟਰ ਦੀ ਦਿਸੇਗੀ, ਲਗਭਗ 4 ਮੀਟਰ ਦੀ ਬੱਸ ਹਾਈਟ ਦੀ ਸਿਰਫ 1 ਮੀਟਰ ਦੀ ਨਜ਼ਰ ਆਏਗੀ ਲਗਭਗ, ਇੱਦਾਂ ਅਸੀਂ ਕਹਿ ਸਕਦੇ ਹਾਂ, ਛੋਟੀ ਨਜ਼ਰ ਆਏਗੀ। ਤਾਂ ਹੀ ਸਾਨੂੰ ਕਨਵੈਕਸ ਮਿਰਰ ਜਿਹੜੇ ਰੀਅਰ ਵਿਊ ਮਿਰਰਸ ਨੇ ਆਟੋਮੋਬਾਈਲ ਦੇ, ਉਸ 'ਚ ਚੀਜ਼ਾਂ ਛੋਟੀਆਂ ਨਜ਼ਰ ਆਉਂਦੀਆਂ ਹਨ। ਜਸਟ ਇਹ ਸਮਝਾਉਣ ਵਾਸਤੇ ਸੀ ਤੁਹਾਡੇ ਵਾਸਤੇ। ਹੁਣ ਅਸੀਂ ਨੇਚਰ ਆਫ ਇਮੇਜ ਦੇ ਬਾਰੇ ਕਹਿ ਸਕਦੇ ਹਾਂ, ਗੱਲ ਕਰ ਸਕਦੇ ਹਾਂ, ਕਿਉਂਕਿ ਵੈਲਿਊ ਆ ਚੁੱਕੀ ਹੈ। ਮੈਗਨੀਫਿਕੇਸ਼ਨ ਆਈ ਹੈ 0.23। ਇਟ ਮੀਨਸ ਪਹਿਲੀ ਗੱਲ ਤਾਂ ਪੋਜ਼ਿਟਿਵ ਹੈ, ਇਟ ਮੀਨਸ ਇਮੇਜ ਵਿਲ ਬੀ ਇਰੈਕਟ, ਕਿਉਂਕਿ ਵਾਈ ਐਕਸਿਸ ਉੱਪਰ ਨੂੰ ਪੋਜ਼ਿਟਿਵ ਹੁੰਦੀ ਹੈ, ਥੱਲੇ ਨੂੰ ਨੈਗੇਟਿਵ ਹੁੰਦੀ ਹੈ। ਜਦੋਂ ਵੀ ਇਨਵਰਟਿਡ ਆਉਂਦਾ ਸੀ ਸਾਡੀ ਜਿਹੜੀ ਮੈਗਨੀਫਿਕੇਸ਼ਨ ਆਉਂਦੀ ਸੀ ਨੈਗੇਟਿਵ ਆਉਂਦੀ, ਇੱਥੇ ਪੋਜ਼ਿਟਿਵ ਆਈ ਨਾ, ਕਿਉਂਕਿ ਇਰੈਕਟ ਇਮੇਜ ਹੈ, ਵਾਈ ਐਕਸਿਸ ਉੱਪਰ ਨੂੰ ਪੋਜ਼ਿਟਿਵ ਹੁੰਦੀ ਹੈ। ਦੂਜੀ ਗੱਲ ਵੈਲਿਊ ਜਿਹੜੀ ਹੈ ਮੈਗਨੀਫਿਕੇਸ਼ਨ ਦੀ ਉਹ 0.23 ਆਈ, ਯਾਨੀ ਕਿ ਜਿਹੜੀ ਵੀ ਇਮੇਜ ਦਾ ਸਾਈਜ਼ ਹੋਵੇ 0.23 ਨਾਲ ਮਲਟੀਪਲਾਈ ਕਰ ਦਿਓ, ਉਨੀ ਇਮੇਜ ਘੱਟ ਜਾਏਗੀ, ਕਿਉਂਕਿ ਡੈਸੀਮਲ ਨਾਲ ਮਲਟੀਪਲਾਈ ਕਰੋਗੇ ਕੋਈ ਵੀ ਚੀਜ਼ ਘੱਟ ਹੀ ਜਾਣੀ ਹੈ। ਤਾਂ ਇਸ ਹਿਸਾਬ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਈਜ਼ ਆਫ ਦਾ ਇਮੇਜ ਕੀ ਹੋਏਗਾ, ਵੱਡਾ ਹੋ ਰਿਹਾ ਕਿ ਛੋਟਾ, ਛੋਟਾ ਹੋ ਰਿਹਾ ਹੈ। 4 ਮੀਟਰ ਦਾ ਅਸੀਂ ਐਗਜ਼ਾਮਪਲ ਲਿਆ, 1 ਮੀਟਰ ਹੀ ਰਹਿ ਗਿਆ, ਡਿਮਿਨਿਸ਼ ਹੋ ਰਹੀ ਹੈ ਇਮੇਜ। ਤੇ ਸਾਈਜ਼ ਨੇਚਰ ਕੀ ਹੈ ਉਹਦੀ, ਇੱਕ ਤਾਂ ਉਹ ਕਹਿ ਸਕਦੇ ਹਾਂ ਅਸੀਂ ਡਿਮਿਨਿਸ਼ਡ ਇਮੇਜ ਹੈ ਐਂਡ ਇਰੈਕਟ ਹੈ। ਨੇਚਰ ਬਾਰੇ ਦੱਸਦਾ ਕਿ ਕਿੱਦਾਂ ਦੀ ਹੈ, ਇਰੈਕਟ ਹੈ ਐਂਡ ਡਿਮਿਨਿਸ਼ਡ ਹੈ। ਅਸੀਂ ਮੈਗਨੀਫਿਕੇਸ਼ਨ ਦਾ ਫਾਰਮੂਲਾ ਯਾਦ ਕੀਤਾ ਹੈ ਇੱਦਾਂ, -ID ਡਿਵਾਈਡਡ ਬਾਈ OD। ਜੇ ਕਿਸੇ ਕੁਐਸਚਨ 'ਚ ਸਾਨੂੰ ਹਾਈਟ ਆਫ ਦਾ ਆਬਜੈਕਟ ਦਿੱਤਾ ਹੋਇਆ ਹੈਗਾ ਜਾਂ ਹਾਈਟ ਆਫ ਦਾ ਇਮੇਜ ਦਿੱਤੀ ਹੋਏਗੀ ਤਾਂ ਕਿੱਦਾਂ ਯੂਜ਼ ਕਰਾਂਗੇ, ਬਿਲਕੁਲ ਸਿੰਪਲ, ਮਾਈਨਸ ਹੀ ਰਹਿਣਾ ਹੈ, ਇਮੇਜ ਹਾਈਟ ਡਿਵਾਈਡਡ ਬਾਈ ਆਬਜੈਕਟ ਹਾਈਟ। ਤਾਂ ਇਹ ਚੀਜ਼ ਵੀ ਯਾਦ ਰੱਖਣੀ, ਕਈ ਕੁਐਸਚਨਾਂ 'ਚ ਆਬਜੈਕਟ ਜਿਵੇਂ ਇਸ 'ਚ ਦਿੱਤਾ ਹੀ ਨਹੀਂ ਕਿ ਬੱਸ ਕਿੰਨੀ ਵੱਡੀ ਹੈਗੀ ਹੈ, ਅਸੀਂ ਆਪਣੇ ਆਪ ਐਗਜ਼ਾਮਪਲ ਲੈ ਕੇ 4 ਮੀਟਰ ਦੀ ਉਹਨੂੰ ਰੱਖਿਆ ਸੀ ਤੇ ਫਿਰ ਵੇਖਿਆ ਐਗਜ਼ਾਮਪਲ ਕਰਕੇ ਤੁਹਾਨੂੰ ਦੱਸਿਆ ਕਿ ਦੇਖੋ ਇਮੇਜ ਕਿੰਨੀ ਛੋਟੀ ਹੋ ਜਾਏਗੀ, 1 ਮੀਟਰ ਦੀ ਹੋ ਜਾਏਗੀ ਲਗਭਗ। ਪਰ ਜੇ ਸਾਨੂੰ ਦਿੱਤਾ ਹੁੰਦਾ ਸਾਈਜ਼ ਤਾਂ ਯਾਦ ਰੱਖਣਾ ਅਸੀਂ ਕੀ ਕਰਨਾ ਹੈ, ਅਸੀਂ IH/OH ਲਾ ਦੇਣਾ ਹੈ। ਉਸ ਹਿਸਾਬ ਨਾਲ ਸਾਨੂੰ M ਤੇ ਪਤਾ ਲੱਗ ਹੀ ਗਿਆ, ਤੇ ਇਮੇਜ ਦੀ ਹਾਈਟ ਚਾਹੀਦੀ ਹੈ ਤਾਂ OH ਨਾਲ ਮਲਟੀਪਲਾਈ ਕਰ ਦਿਓ, ਉਹੀ ਤਾਂ ਅਸੀਂ ਕਰਦੇ ਪਏ ਸੀ ਇੱਥੇ। ਇੱਦਾਂ ਅਸੀਂ ਸਮਝਣਾ ਹੈ। ਥੈਂਕ ਯੂ।